ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸਿਆਸਤ ਵਿੱਚੋਂ ਕਿਰਦਾਰ ਅਤੇ ਇਖਲਾਕੀ ਕਦਰਾਂ ਕੀਮਤਾਂ ਦਾ ਨਿਗਾਰ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ। ਦਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ। ਦਵਿੰਦਰ ਜੀ, ਮੌਜੂਦਾ ਸਮੇਂ ਦੀ ਸਿਆਸਤ ਤੇ ਜੇ ਦੇਖਿਆ ਜਾਵੇ ਤਾਂ ਸਿਆਸਤ ਵਿੱਚੋਂ ਕਦਰਾਂ ਕੀਮਤਾਂ, ਇਖਲਾਕ ਤੇ ਹੋਰ ਜਿਹੜਾ ਵੀ ਵਿਅਕਤੀ ਦਾ ਆਪਣਾ ਕਿਰਦਾਰ ਹੈ ਉਹ ਖਤਮ ਹੁੰਦਾ ਜਾ ਰਿਹਾ, ਇੱਕ ਖਤਮ ਹੋਣ ਕੰਢੇ ਜਿਹੜਾ ਹੈਗਾ ਪਹੁੰਚ ਚੁੱਕਿਆ। ਅਤੇ ਜੇਕਰ ਗੱਲ ਕਰੀਏ ਤਾਂ ਲਖੀਮਪੁਰ ਖੀਰੀ 'ਚ ਇੱਕ ਕੇਂਦਰੀ ਮੰਤਰੀ ਦੇ ਪੁੱਤ 'ਤੇ ਜਿਹੜਾ ਹੈ ਕਤਲ ਦਾ ਕੇਸ ਦਰਜ ਹੁੰਦਾ, ਉਸ ਦੇ ਬਾਵਜੂਦ ਪੁਲਿਸ ਉਸ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਅਤੇ ਦੂਜੇ ਪਾਸੇ ਕੇਂਦਰੀ ਮੰਤਰੀ ਆਪਣੀ ਕੁਰਸੀ 'ਤੇ ਕਾਬਜ਼ ਰਹਿੰਦਾ ਅਤੇ ਨਾ ਹੀ ਉਸ ਨੂੰ ਪਾਰਟੀ ਜਿਹੜੀ ਹੈਗੀ ਹੈ ਛੱਡਣ ਲਈ ਕੋਈ ਨਾ ਤਾਂ ਸਵਾਲ ਪੁੱਛ ਰਹੀ ਹੈ ਅਤੇ ਨਾ ਹੀ ਕੋਈ ਗੱਲ ਕਹਿ ਰਹੀ ਹੈ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਬਿਨਾਂ ਸ਼ੱਕ ਹਿੰਦੁਸਤਾਨ ਦੀ ਸਿਆਸਤ ਇਸ ਹੱਦ ਤੱਕ ਪਹੁੰਚ ਗਈ ਜਦੋਂ ਅਸੀਂ 21ਵੀਂ ਸਦੀ ਦੇ ਵਿੱਚ ਸਾਰੀ ਦੁਨੀਆ ਨੂੰ ਤਰੱਕੀ ਕਰਦਾ ਦੇਖ ਰਹੇ ਹਾਂ, ਤਾਂ ਜਿਹੜੇ ਸਾਡੇ ਸਿਆਸਤਦਾਨ ਨੇ ਉਹਨਾਂ ਦੇ ਵਿੱਚ ਨਾ ਕਿਰਦਾਰ ਰਿਹਾ, ਨਾ ਕੋਈ ਇਖਲਾਕ ਰਿਹਾ ਅਤੇ ਨਾ ਹੀ ਕੋਈ ਜਿਹੜੀਆਂ ਅਸੀਂ ਮੋਰਲ ਵੈਲਿਊਜ਼ ਕਹਿੰਦੇ ਹਾਂ, ਜਿਹਨੂੰ ਕਦਰਾਂ ਕੀਮਤਾਂ ਨੇ, ਉਹ ਰਹੀਆਂ ਨੇਗੀਆਂ। ਕੋਈ ਟਾਈਮ ਸੀ, ਅਸੀਂ ਯਾਦ ਕਰੀਏ, ਜਦੋਂ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਹਿੰਦੁਸਤਾਨ ਦੇ ਰੇਲਵੇ ਮੰਤਰੀ ਸੀਗੇ, ਇੱਕ ਹਾਦਸਾ ਵਾਪਰ ਜਾਂਦਾ ਰੇਲਵੇ ਦਾ ਤਾਂ ਉਹ ਤੁਰੰਤ ਅਸਤੀਫਾ ਦੇ ਦਿੰਦੇ ਨੇ ਆਪਣੇ ਉਹਦੇ ਤੋਂ। ਅੱਜ ਹਾਲਾਤ ਇਸ ਹੱਦ ਤੱਕ ਨਿੱਘਰ ਗਏ ਵੀ ਚਾਹੇ ਕਿਸੇ ਮੰਤਰੀ ਦਾ ਜਾਂ ਉਹਦੇ ਪਰਿਵਾਰਕ ਮੈਂਬਰ ਦਾ, ਚਾਹੇ ਉਹਦੇ ਪੁੱਤਰ ਦਾ, ਕਿ ਜਿੱਡੇ ਤੋਂ ਜਿੱਡੇ ਮਰਜ਼ੀ ਹੀਨੀਅਸ ਕ੍ਰਾਈਮ, ਸੰਗੀਨ ਅਪਰਾਧ ਦੇ ਨਾਲ ਨਾ ਜੁੜ ਜੇ, ਚਾਹੇ ਉਹਦੇ 'ਚ ਪਰਚਾ ਦਰਜ ਹੋ ਜੇ, ਉਸ ਤੋਂ ਬਾਅਦ ਵੀ ਬੇਸ਼ਰਮੀ ਦੀ ਹੱਦ ਲੰਘ ਕੇ ਆਪਣੇ ਅਹੁਦੇ 'ਤੇ ਚਿੰਬੜੇ ਰਹਿੰਦੇ ਨੇ। ਉਸ ਤੋਂ ਵੀ ਅੱਗੇ ਬੇਸ਼ਰਮੀ ਜਿਹੜੀ ਹੈ ਉਹ ਰਾਜਨੀਤਿਕ ਪਾਰਟੀਆਂ ਦੀ ਹੈ ਵੀ ਉਹ ਨਾ ਤਾਂ ਬਰਖਾਸਤ ਕਰਦੀਆਂ ਨੇ ਅਜਿਹੋ ਜਿਹੇ ਕਿਰਦਾਰਹੀਣ, ਚਰਿੱਤਰਹੀਣ ਬੰਦਿਆਂ ਨੂੰ, ਅਤੇ ਨਾ ਹੀ ਉਹਨਾਂ ਤੋਂ ਅਹੁਦੇ ਤੋਂ ਅਸਤੀਫਾ ਮੰਗਦੀਆਂ ਨੇ। ਤਾਜ਼ੀ ਘਟਨਾ ਨੇ ਜਿਹੜਾ ਹੈ ਉਹ ਇੱਕ ਸਿਆਸਤ ਦਾ ਇੱਕ ਨਵਾਂ ਰੂਪ ਸਾਹਮਣੇ ਲਿਆਂਦਾ ਹੈ। ਵੈਸੇ ਤਾਂ ਅਸੀਂ ਬਹੁਤ ਦੇਰ ਤੋਂ ਦੇਖ ਰਹੇ ਹਾਂਗੇ, ਜਿਸ ਤਰ੍ਹਾਂ ਪਿਛਲੇ ਦੌਰ ਦੇ ਵਿੱਚ ਜਦੋਂ ਸਟੇਜਾਂ ਦੇ ਵਿੱਚੋਂ ਸਟੇਜਾਂ ਤੋਂ ਮੰਤਰੀ ਜਿਹੜੇ ਹੈ ਇੱਕ ਫਿਰਕੇ ਨੂੰ ਸੰਬੋਧਨ ਹੋ ਕੇ ਸਿੱਧੀਆਂ ਗਾਲਾਂ ਕੱਢਦੇ ਨੇਗੇ, ਉਦੋਂ ਵੀ ਸਿਰਫ ਅਤੇ ਸਿਰਫ ਇਹ ਦੇਖਿਆ ਜਾਂਦਾ ਹੈ ਵੀ ਇਸ ਗਾਲ ਨਾਲ ਸਾਡੀ ਪਾਰਟੀ ਨੂੰ ਵੋਟ ਵੱਧਦੀ ਹੈ। ਇਹ ਅਸੀਂ ਇੱਕ ਦੇਖ ਰਹੇ ਹਾਂ ਵੀ ਨਿਘਾਰ ਅਸੀਂ ਕਿਸ ਹੱਦ ਤੱਕ ਚਲੇ ਗਏ, ਅਸੀਂ ਕਿੰਨਾ ਕੁ ਨਿਗਰਾਂਗੇ। ਕੋਈ ਟਾਈਮ ਸੀ, ਤੁਸੀਂ ਇਹ ਦੇਖੋ ਵੀ ਜਦੋਂ ਇਹ ਮੰਨਿਆ ਜਾਂਦਾ ਸੀ, ਜਿਵੇਂ ਮੈਂ ਲਾਲ ਬਹਾਦਰ ਸ਼ਾਸਤਰੀ ਦੀ ਉਦਾਹਰਨ ਦਿੱਤੀ ਹੈ, ਉਸ ਤੋਂ ਬਾਅਦ ਦੌਰ ਆਇਆ ਵੀ ਜੀ ਮੇਰੇ 'ਤੇ ਪਰਚਾ ਤਾਂ ਕੋਈ ਦਰਜ ਨਹੀਂ ਹੋਇਆ, ਇਸ ਲਈ ਮੈਂ ਅਸਤੀਫਾ ਕਿਉਂ ਦੇਵਾਂ। ਫਿਰ ਪਰਚੇ ਦਰਜ ਹੋਣ ਲੱਗ ਗਏ, ਫਿਰ ਕਹਿੰਦੇ ਅਜੇ ਕਿਹੜਾ ਕੋਈ ਦੋਸ਼ ਲੱਗੇ, ਸਜ਼ਾ ਹੋਈ ਹੈ। ਹੁਣ ਤਾਂ ਸਜ਼ਾਵਾਂ ਵੀ ਹੋਣ ਲੱਗ ਗਈਆਂ ਸਾਲ 2-2 ਸਾਲ ਦੀਆਂ। ਫਿਰ ਵੀ ਜਿਹੜੇ ਹੈ ਚੋਣਾਂ ਲੜਦੇ ਨੇ, ਚੋਣਾਂ ਦੇ ਵਿੱਚ ਵੱਡੇ ਵੱਡੇ ਲੀਡਰ ਉੱਭਰਦੇ ਨੇ, ਜਿਹੜੇ ਮੌਜੂਦਾ ਦੌਰ ਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਵਿਵਾਦਾਂ 'ਚ ਘਿਰੇ ਨੇ, ਜਿਨ੍ਹਾਂ 'ਤੇ ਦੋਸ਼ ਲੱਗੇ ਨੇ ਵੀ ਉਹਨਾਂ ਦੇ ਪੁੱਤਰ ਨੇ 8 ਬੰਦਿਆਂ 'ਤੇ ਗੱਡੀ ਚੜ੍ਹਾਈ ਹੈ ਜਾਂ ਗੱਡੀ ਚੜ੍ਹਾਉਣ ਦੀ ਸਾਜ਼ਿਸ਼ ਰਚੀ ਹੈ, ਜੋ ਵੀ ਉਹਦੇ 'ਚ ਸਾਰਾ ਕੁਛ ਜਿਹੜਾ ਉਹ ਸਾਹਮਣੇ ਆ ਗਿਆ। ਉਹ ਬੰਦੇ ਦਾ ਅਪਰਾਧਿਕ ਪਿਛੋਕੜ ਹੈ। ਹੋਰ ਵੀ ਸਾਡੇ ਵੱਡੀਆਂ ਕੁਰਸੀਆਂ 'ਤੇ ਪਦਵੀਆਂ 'ਤੇ ਬੈਠੇ ਬੰਦਿਆਂ ਦਾ ਵੀ ਅਪਰਾਧਿਕ ਪਿਛੋਕੜ ਹੈ। ਇਸ ਲਈ ਅਸੀਂ ਦੇਖਦੇ ਹਾਂ ਵੀ ਜਿਹੜੀ ਸਾਡੀ ਸਿਆਸਤ ਹੈ ਉਹ ਕਿੱਧਰ ਨੂੰ ਜਾ ਰਹੀ ਹੈ। ਤੁਹਾਡੇ ਇੱਕ ਹੋਰ ਦੌਰ ਯਾਦ ਹੋਊ, ਜਦੋਂ ਜੈਨ ਹਵਾਲਾ ਕੇਸ ਸਾਹਮਣੇ ਆਇਆ, ਤਾਂ ਸਾਡੇ ਭਾਰਤੀ ਜਨਤਾ ਪਾਰਟੀ ਦੇ ਇੱਕ ਵੱਡੇ ਲੀਡਰ ਮੁਰਲੀ ਮਨੋਹਰ ਜੋਸ਼ੀ ਅਤੇ ਹੋਰ ਬਹੁਤ ਸਾਰੇ ਲੀਡਰਾਂ ਦਾ ਜਿਹੜਾ ਨਾਮ ਉਸ ਹਵਾਲਾ ਡੈਰੀ 'ਚ ਆਇਆ, ਤਾਂ ਉਹਨਾਂ ਨੇ ਤੁਰੰਤ ਅਸਤੀਫੇ ਦੇ ਦਿੱਤੇ ਸੀ। ਹੁਣ ਕੱਲ੍ਹ ਦੇ ਜਿਹੜਾ ਆਪਾਂ ਕੱਲ੍ਹ ਅਤੇ ਅੱਜ ਦੀਆਂ ਜਿੰਨੀਆਂ ਉਸ ਮਿਨਿਸਟਰ ਦੀਆਂ TV ਇੰਟਰਵਿਊਜ਼ ਦੇਖ ਰਹੇ ਹਾਂ, ਉਹ ਕਹਿੰਦਾ ਮੈਂ ਕਿਉਂ ਦੇਵਾਂ ਅਸਤੀਫਾ, ਮੇਰੇ ਮੁੰਡੇ 'ਤੇ ਦੋਸ਼ ਲੱਗੇ ਨੇ, ਪਰਚਾ ਦਰਜ ਹੋਇਆ, ਫਿਰ ਕੀ ਹੋ ਗਿਆ। ਮਤਲਬ ਇਹ ਅਸੀਂ ਦੇਖਦੇ ਹਾਂ ਵੀ ਜਿਹੜਾ ਨਿਘਾਰ ਹੈ ਸਿਆਸਤ ਦਾ ਉਹ ਕਿੰਨਾ ਚਰਮ ਸੀਮਾ 'ਤੇ ਪਹੁੰਚ ਗਿਆ। ਅਤੇ ਇੱਥੋਂ ਅਸੀਂ ਇਹ ਵੀ ਕਹਿ ਸਕਦੇ ਹਾਂ ਵੀ ਸੁਧਾਰ ਦੀ ਹਜੇ ਉਮੀਦ ਦਿਖਾਈ ਵੀ ਨਹੀਂ ਦੇ ਰਹੀ, ਕਿਉਂਕਿ ਰਾਜਨੀਤਿਕ ਪਾਰਟੀਆਂ ਅਜਿਹੇ ਅਪਰਾਧਿਕ ਪਿਛੋਕੜ ਵਾਲੇ ਬੰਦਿਆਂ ਦੇ ਪਿੱਠ 'ਤੇ ਖੜੀਆਂ ਨੇ। ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ 37% ਮੈਂਬਰ ਉਹ ਨੇ ਜਿਨ੍ਹਾਂ 'ਤੇ ਅਪਰਾਧਿਕ ਮਾਮਲੇ ਦਰਜ ਨੇ, ਕਤਲ ਦੇ, ਇਰਾਦਾ ਕਤਲ ਦੇ, ਬਲਾਤਕਾਰ ਦੇ, ਚੋਰੀਆਂ ਦੇ, ਹੋਰ ਪਤਾ ਨਹੀਂ ਕੀ ਕੁਛ, ਮਤਲਬ ਜਿਹੜੇ ਹੈ ਉਹ ਦੋਸ਼ ਘਿਨਾਉਣੇ ਜਿਹੜੇ ਦੋਸ਼ ਲੱਗੇ ਹੋਏ ਨੇ। ਇੱਕ ਚਲੋ ਸਿਆਸਤ ਦੇ ਵਿੱਚ ਸਿਆਸੀ ਬਦਲਾਖੋਰੀ ਤਹਿਤ ਕੋਈ ਪਰਚਾ ਦਰਜ ਹੁੰਦਾ, ਕੁਛ ਹੁੰਦਾ, ਉਹ ਇੱਕ ਵੱਖਰਾ ਪਹਿਲੂ ਹੁੰਦਾ ਹੈ। ਇੱਕ ਬੰਦੇ ਦਾ ਪਿਛੋਕੜ ਹੀ ਅਪਰਾਧਿਕ ਹੈ। ਤਾਂ ਇਹ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਮੁੱਦਾ ਹੈ, ਬਹੁਤ ਵੱਡਾ ਵਿਸ਼ਾ ਹੈ, ਜਿਹਦੇ 'ਤੇ ਸਾਡੇ ਜਿਹੜੇ ਹੈ ਹਿੰਦੁਸਤਾਨ ਦੇ ਵੋਟਰ ਵੀ ਨੇ, ਕਿਉਂਕਿ
ਅਸੀਂ ਨਿਰਾਪੁਰਾ ਰਾਜਨੀਤਿਕ ਪਾਰਟੀਆਂ ਜਾਂ ਸਿਆਸਤਦਾਨਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ। ਜੀ। ਇਹਨਾਂ ਮਾੜੇ ਬੰਦਿਆਂ ਨੂੰ ਚੁਣਦਾ ਕੌਣ ਹੈ? ਸਾਡੇ ਹੀ ਲੋਕ ਵੋਟਾਂ ਪਾ ਕੇ ਇਹਨਾਂ ਬੰਦਿਆਂ ਨੂੰ ਆਪਦੇ ਤੇ ਸਾਡੇ ਮੁਲਕ ਦੇ ਸਿਰ ਤੇ ਬਿਠਾਉਂਦੇ ਨੇ। ਜੀ। ਇਸ ਲਈ ਲੋਕਾਂ ਨੂੰ ਵੀ ਇਹ ਅਕਲ ਆਉਣੀ ਚਾਹੀਦੀ ਹੈ ਵੀ ਜਦੋਂ ਅਸੀਂ ਮਾੜੇ ਬੰਦੇ ਨੂੰ ਚੁਣਦੇ ਹਾਂ ਤਾਂ ਉਹਦਾ ਨਤੀਜਾ ਇਹੋ ਜਿਹਾ ਹੀ ਨਿਕਲਦਾ ਜਿਹੋ ਜਿਹਾ ਲਖੀਮਪੁਰ ਖੀਰੀ ਖੇਤਰ ਦੇ ਵਿੱਚ ਨਿਕਲਿਆ। ਜੇ ਇਸ ਤਰ੍ਹਾਂ ਦੇ ਹਾਦਸੇ ਰੋਕਣੇ ਹੈ, ਰਾਜਨੀਤਿਕ ਪਾਰਟੀਆਂ ਦਾ ਚਰਿੱਤਰ ਜਿਹੜਾ ਬਦਲਣਾ ਹੈ, ਤਾਂ ਸਾਨੂੰ ਲੋਕਾਂ ਨੂੰ ਵੀ ਆਪਦੀ ਸੋਚ ਬਦਲਣੀ ਪਊ। ਅਪਰਾਧਿਕ ਪਿਛੋਕੜ ਵਾਲੇ ਬੰਦੇ ਜਾਂ ਮਾੜੇ ਕਰੈਕਟਰ ਵਾਲੇ ਬੰਦੇ, ਅਖਲਾਕ ਤੋਂ ਗਿਰ ਚੁੱਕੇ ਬੰਦਿਆਂ ਨੂੰ ਰਾਜਨੀਤੀ ਦੇ ਵਿੱਚੋਂ ਧੱਕ ਦੇਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਦਵਿੰਦਰ ਜੀ, ਜੇਕਰ ਗੱਲ ਕਰੀਏ ਕੱਲਾ ਇਹ ਲਖੀਮਪੁਰ ਖੀਰੀ ਹੀ ਨਹੀਂ, ਇਸ ਤੋਂ ਪਹਿਲਾਂ ਵੀ ਦੇਖੀਏ ਤਾਂ ਕਿ ਭਾਜਪਾ ਤੇ ਹੋਰ ਵੀ ਸਿਆਸੀ ਪਾਰਟੀਆਂ ਦੇ ਆਗੂ ਇਸ ਤਰ੍ਹਾਂ ਦੀ ਵਿਵਾਦਤ ਟਿੱਪਣੀਆਂ ਜਿਹੜਾ ਹੈਗਾ ਲਗਾਤਾਰ ਦਿੰਦੇ ਆਏ ਨੇ। ਜੇਕਰ ਲੇਟੈਸਟ ਗੱਲ ਕਰੀਏ ਤਾਂ ਹਰਿਆਣਾ ਦੇ ਮੁੱਖ ਮੰਤਰੀ ਜੋ ਕਿ ਇੱਕ ਸੰਵਿਧਾਨਕ ਅਹੁਦੇ ਤੇ ਬੈਠ ਕੇ ਮਨੋਹਰ ਲਾਲ ਖੱਟਰ ਇੱਕ ਵਿਵਾਦਤ ਟਿੱਪਣੀ ਦਿੰਦੇ ਨੇ, ਜੋ ਕਹਿੰਦੇ ਨੇ ਵੀ ਕਿ ਲੱਠ ਚੁੱਕ ਲਓ, ਡੰਡੇ ਚੁੱਕ ਲਓ ਤੇ ਜੈਸੇ ਕੋ ਤੈਸੇ ਦਾ ਜਵਾਬ ਦਿਓ। ਹੋਰ ਵੀ ਇਸ ਤਰ੍ਹਾਂ ਹੀ ਜੇ ਅਜੇ ਮਿਸ਼ਰਾ ਦੀ ਗੱਲ ਕਰੀਏ, ਉਹ ਵੀ ਇਸ ਤਰ੍ਹਾਂ ਹੀ ਟਿੱਪਣੀ ਜਿਹੜਾ ਕੁਝ ਦਿਨ ਪਹਿਲਾਂ ਦੇ ਕੇ ਹਟੇ ਨੇ, ਤੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਬਹੁਤ ਹੀ ਮੰਦਭਾਗਾ ਹੈ। ਜਿਸ ਤਰ੍ਹਾਂ ਕਿ ਕੁਝ ਸਾਲ ਪਹਿਲਾਂ ਦੇਖਿਆ ਸੀ, ਕਾਂਗਰਸ ਦੇ ਇੱਕ ਸੀਨੀਅਰ ਲੀਡਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੀਚ ਸ਼ਬਦ ਨਾਲ ਕਹਿ ਕੇ ਜਿਹੜਾ ਸੰਬੋਧਨ ਕੀਤਾ ਸੀ, ਉਹ ਵੀ ਮਾੜੀ ਗੱਲ ਸੀ। ਜੇ ਅੱਜ ਭਾਰਤੀ ਜਨਤਾ ਪਾਰਟੀ ਦੇ ਲੀਡਰ ਜਿਹੜੇ ਵੱਡੇ ਅਹੁਦਿਆਂ 'ਤੇ ਬੈਠੇ ਨੇ, ਸੰਵਿਧਾਨਕ ਅਹੁਦਿਆਂ 'ਤੇ ਬੈਠੇ ਨੇ, ਕੋਈ ਮੁੱਖ ਮੰਤਰੀ ਦੇ ਅਹੁਦੇ 'ਤੇ ਬੈਠਾ ਹੈ, ਚਾਹੇ ਕੋਈ ਮੰਤਰੀ ਦੇ ਅਹੁਦੇ 'ਤੇ ਬੈਠਾ ਹੈ, ਚਾਹੇ ਕਿਸੇ ਕਮਿਸ਼ਨ ਦਾ ਚੇਅਰਮੈਨ ਹੈ, ਜਦੋਂ ਇਹਨਾਂ ਅਹੁਦਿਆਂ 'ਤੇ ਬੈਠੇ ਲੋਕਾਂ ਤੋਂ ਇਹ ਤਵੱਕੋ ਨਹੀਂ ਕੀਤੀ ਜਾਂਦੀ ਵੀ ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਲਈ ਲੋਕਾਂ ਨੂੰ ਉਕਸਾਉਣਗੇ। ਇਹਨਾਂ ਨੇ ਕਾਨੂੰਨ ਲਾਗੂ ਕਰਨਾ ਹੈ। ਇਹਨਾਂ ਨੇ ਜਿਹੜਾ ਮੁੱਖ ਮੰਤਰੀ ਹੁੰਦਾ ਹੈ, ਉਹ ਇੱਕ ਤਰ੍ਹਾਂ ਦਾ ਸੂਬੇ ਦਾ ਮੁਖੀ ਹੈ। ਉਹਦੇ ਹੱਥ ਵਿੱਚ ਸੂਬੇ ਦੀ ਹਰ ਤਰ੍ਹਾਂ ਦੀ ਵਾਗਡੋਰ ਹੈ, ਚਾਹੇ ਉਹ ਕਾਨੂੰਨ ਵਿਵਸਥਾ ਦੀ ਹੋਵੇ, ਚਾਹੇ ਹੋਰ ਕਿਸੇ ਤਰ੍ਹਾਂ ਦੀ ਹੋਵੇ। ਜਦੋਂ ਉਹੀ ਲੋਕਾਂ ਨੂੰ ਡੰਡੇ ਚੱਕਣ ਲਈ ਉਕਸਾਊਗਾ ਤਾਂ ਇਸ ਮੁਲਕ ਦਾ, ਇਸ ਸਾਡੇ ਸਮਾਜ ਦਾ, ਉਹ ਸੂਬੇ ਦਾ ਬਣੂ ਕੀ, ਤਾਂ ਅਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹਾਂ। ਚਾਹੇ ਉਹ ਮਨੋਹਰ ਲਾਲ ਖੱਟਰ ਹੋਣ, ਚਾਹੇ ਕਿਸੇ ਹੋਰ ਪਾਰਟੀ ਦੇ ਹੋਣ, ਇਹ ਸਾਬਤ ਕਰਦੇ ਨੇ ਵੀ ਸਾਡੀ ਸੋਚ ਦਾ ਕਿੰਨਾ ਜਨਾਜ਼ਾ ਨਿਕਲ ਚੁੱਕਿਆ ਹੈ ਅਤੇ ਅਸੀਂ ਸੋਚ ਪੱਖੋਂ ਕਿੰਨੇ ਜਿਹੜੇ ਬੈਂਕਰਪਟ ਦਿਵਾਲੀਏ ਹੋ ਚੁੱਕੇ ਹੈ। ਕਿਉਂਕਿ ਜੇ ਕੋਈ ਚਾਹੇ ਅੰਦੋਲਨ ਚੱਲਦਾ, ਚਾਹੇ ਕਿਸੇ ਤਰ੍ਹਾਂ ਦੀ ਬਹਿਸ ਚੱਲਦੀ ਹੈ, ਇਹਦਾ ਮਤਲਬ ਉਸ ਅੰਦੋਲਨ ਨੂੰ ਜਮਹੂਰੀਅਤ ਤਰੀਕੇ ਨਾਲ, ਸੰਵਿਧਾਨਕ ਤਰੀਕੇ ਨਾਲ ਨਜਿੱਠਣ ਦੀ ਸਾਡੇ 'ਚ ਕਲਾ ਹੈ, ਨਾ ਸਾਡੇ 'ਚ ਸਮਰੱਥਾ ਹੈ, ਨਾ ਅਸੀਂ ਉਸ ਦਾ ਜਵਾਬ ਦੇ ਸਕਦੇ ਹਾਂ। ਇਹਦਾ ਮਤਲਬ ਅਸੀਂ ਬੈਂਕਰਪਟ ਹੋ ਗਏ, ਸਾਡਾ ਬੈਂਕ ਦਿਵਾਲੀਆ ਨਿਕਲ ਗਿਆ, ਅਸੀਂ ਜਿਹੜਾ ਦਿਮਾਗੀ ਤੌਰ 'ਤੇ ਅਸੀਂ ਬਿਲਕੁਲ ਖਤਮ ਹੈਗੇ। ਜਦੋਂ ਸਾਡੇ ਕੋਲ ਕੋਈ ਸਿੱਟਾ ਹੀ ਨਹੀਂ, ਸਿਰਫ ਡਾਂਗ ਚੱਕਣ ਦੀ। ਤੁਹਾਨੂੰ ਕੁਰਸੀ 'ਤੇ ਜੇ ਲੋਕਾਂ ਨੇ ਬਿਠਾਇਆ, ਲੋਕਾਂ ਨੇ ਤੁਹਾਨੂੰ 1.5-2 ਕਰੋੜ ਲੋਕਾਂ ਨੇ ਤੁਹਾਨੂੰ ਵੋਟ ਪਾ ਕੇ ਮੁੱਖ ਮੰਤਰੀ ਦੀ ਕੁਰਸੀ ਦਿੱਤੀ ਹੈ। ਇਸ ਕਰਕੇ ਦਿੱਤੀ ਹੈ ਵੀ ਜਦੋਂ ਤੁਹਾਡੇ ਮੂਹਰੇ ਮਸਲਾ ਆਉਂਦਾ ਤਾਂ ਤੁਸੀਂ ਲੋਕਾਂ ਨੂੰ ਕਹੋਗੇ ਡਾਂਗ ਚੱਕ ਲਓ। ਉਹਦਾ ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ, ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਹੱਲ ਕੱਢਿਆ ਜਾਂਦਾ ਹੈ। ਜੇ ਲੋਕ ਤੁਹਾਨੂੰ ਸਵਾਲ ਪੁੱਛਣ ਆਉਂਦੇ ਆ ਤਾਂ ਉਹਨਾਂ ਸਵਾਲਾਂ ਦੇ ਜਵਾਬ ਦਿਓ। ਜਿਹੜੇ ਅੱਜ ਕਿਸਾਨ ਨੇ, ਚਾਹੇ ਮਜ਼ਦੂਰ ਨੇ, ਚਾਹੇ ਆਮ ਲੋਕ ਨੇ, ਜੇ ਰਾਜਨੀਤਿਕ ਪਾਰਟੀਆਂ ਦੇ ਲੋਕਾਂ ਨੂੰ ਸਵਾਲ ਪੁੱਛਦੇ ਨੇ ਨਾ, ਉਹਨਾਂ ਨੂੰ ਘੇਰਦੇ ਨੇ, ਤਾਂ ਇਹ ਰਾਜਨੀਤਿਕ ਪਾਰਟੀਆਂ ਅਤੇ ਰਾਜਨੀਤਿਕ ਲੋਕਾਂ ਦੇ ਵਿੱਚ ਆਏ ਇਖਲਾਕ ਅਤੇ ਕਿਰਦਾਰ ਦੇ ਨਿਘਾਰ ਨੂੰ ਚੁਣੌਤੀ ਹੈ। ਕੋਈ ਦੌਰ ਸੀ ਜਦੋਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਲੋਕ ਪੂਜਦੇ ਸੀ। ਕਿਸੇ ਸਿਆਸੀ ਪਾਰਟੀ ਦੇ ਆਗੂ ਦੇ ਖਿਲਾਫ ਜਦੋਂ ਕੋਈ ਟਿੱਪਣੀ ਕਰਦਾ ਸੀ, ਲੋਕ ਗੱਲ ਨੂੰ ਆਉਂਦੇ ਸੀ। ਹੁਣ ਲੋਕ ਸਵਾਦ ਲੈਂਦੇ ਨੇ। ਜਦੋਂ ਉਹਨਾਂ ਦੇ ਲੀਡਰ ਨੂੰ ਗਾਲ ਕੱਢਦੇ ਨੇ, ਲੋਕ ਸਵਾਦ ਲੈਂਦੇ ਨੇ, ਕਹਿੰਦੇ ਹਾਂ ਹੈ ਤਾਂ ਇਹੋ ਜਿਹਾ ਹੀ। ਲੋਕ ਕਹਿੰਦੇ ਵੀ ਤੇਰਾ ਲੀਡਰ ਕਰਪਟ ਹੈ, ਤੇਰਾ ਲੀਡਰ ਅਪਰਾਧੀ ਹੈ, ਉਹ ਕਹਿੰਦੇ ਹਾਂ ਹੈ ਤਾਂ ਇਹੋ ਜਿਹਾ ਹੀ। ਇਹਦਾ ਮਤਲਬ ਇਹ ਹੈ ਵੀ ਲੋਕਾਂ ਨੇ ਮੰਨ ਲਿਆ, ਪਰ ਅਸੀਂ ਜਾ ਕਿੱਥੇ ਰਹੇ ਹਾਂ? ਸਾਡੇ ਰੋਲ ਮਾਡਲ ਕੌਣ ਨੇ? ਰੋਲ ਮਾਡਲ ਹੁਣ ਸਿਆਸਤਦਾਨ ਨਹੀਂ ਰਹੇ। ਉਹਦਾ ਕਾਰਨ ਇਹੀ ਹੈ ਵੀ ਇਹ ਆਪਦੇ ਕਿਰਦਾਰ ਤੋਂ ਗਿਰ ਚੁੱਕੇ ਨੇ, ਅਖਲਾਕ ਤੋਂ ਗਿਰ ਚੁੱਕੇ ਨੇ। ਦਵਿੰਦਰ ਜੀ, ਤੁਸੀਂ ਗੱਲ ਕਰੀ ਰੋਲ ਮਾਡਲ ਦੀ। ਜੇਕਰ ਗੱਲ ਕਰੀਏ ਤਾਂ ਆਪਣੇ ਦੇਸ਼ ਦੇ ਬਹੁਤ ਪ੍ਰਸਿੱਧ ਜਿਹੜੇ ਹੈਗੇ ਸਿਆਸਤਦਾਨ ਰਹੇ ਨੇ, ਗਿਆਨੀ ਕਰਤਾਰ ਸਿੰਘ, ਜਿਨ੍ਹਾਂ ਦੀ ਸਿਆਸਤ ਜਿਹੜੇ ਲੋਕ ਤਾਰੀਫਾਂ ਕਰਦੇ ਨੇ ਅੱਜ ਤੱਕ ਵੀ, ਕਿ ਉਹ ਬਹੁਤ ਹੀ ਵਧੀਆ ਜਿਹੜੇ ਸਿਆਸਤਦਾਨ ਰਹੇ ਨੇ। ਤੁਸੀਂ ਉਹਨਾਂ ਦੀ ਸਿਆਸਤ ਨੂੰ ਜਾਂ ਉਹਨਾਂ ਦੇ ਜੀਵਨ ਨੂੰ ਕਿਵੇਂ ਦੇਖਦੇ? ਹਾਂ, ਉਹ ਪੰਜਾਬ ਦੇ ਵਿੱਚ ਇੱਕ ਪ੍ਰਚਲਿਤ ਗੱਲ ਹੈਗੀ ਹੈ ਇਹ ਵੀ, ਜਦੋਂ ਆਪਣੇ ਸਰਕਾਰ ਟੁੱਟ ਗਈ, ਗਿਆਨੀ ਕਰਤਾਰ ਸਿੰਘ ਉਸ ਸਰਕਾਰ ਦੇ ਵਿੱਚ ਵਜ਼ੀਰ ਸੀ, ਤਾਂ ਉਹਨਾਂ ਨੂੰ ਘਰ ਖਾਲੀ ਕਰਾਉਣ ਵਾਸਤੇ ਸਰਕਾਰੀ ਮੁਲਾਜ਼ਮ ਨੋਟਿਸ ਦੇਣ ਆਇਆ ਵੀ ਗਿਆਨੀ ਜੀ ਹੁਣ ਸਰਕਾਰ ਟੁੱਟ ਗਈ, ਤੁਸੀਂ ਮੰਤਰੀ ਨਹੀਂ ਰਹੇ, ਤਾਂ ਇਹ 3 ਮਹੀਨਿਆਂ ਦਾ ਨੋਟਿਸ ਹੈ, 3 ਮਹੀਨਿਆਂ ਦੇ ਵਿੱਚ ਘਰ ਖਾਲੀ ਕਰਨਾ ਹੈ। ਇਹ ਕਿਹਾ ਜਾਂਦਾ, ਜੋ ਸੁਣਦੇ ਹਾਂ ਅਸੀਂ, ਵੀ ਉਹ ਕਹਿੰਦੇ ਵੀ ਕਾਈ ਕਾਕਾ ਖੜ ਜਾ, ਨੋਟਿਸ ਤਾਂ ਮੈਂ ਕੀ ਕਰਨਾ ਹੈ। ਉਹਨਾਂ ਨੇ ਆਪਦੇ ਕੱਪੜੇ ਚੱਕੇ, ਪਰਨਾ ਤੇ ਕਸ਼ਹਿਰਾ ਹੀ ਸੀ, ਕੁੜਤਾ ਪਜਾਮਾ ਹੋਊਗਾ, ਉਹ ਕਹਿੰਦੇ ਤੂੰ ਆਪਦਾ ਜਿੰਦਾ ਲਾ ਤੇ ਮੈਨੂੰ ਜਾਣ ਦੇ ਯਾਰ। ਅਤੇ
ਇਹੋ ਜਿਹੇ ਕਿਰਦਾਰ ਵਾਲੇ ਲੋਕ ਵੀ ਜਿਹੜੇ ਇਸ ਧਰਤੀ ਤੇ ਰਹੇ ਨੇਗੇ, ਜੀ ਜਿਨ੍ਹਾਂ ਨੂੰ ਲੋਕ ਮੰਨਦੇ ਸੀ, ਜਿਨ੍ਹਾਂ ਦੀ ਲੋਕ ਪੂਜਾ ਕਰਦੇ ਸੀ। ਇਸੇ ਕਰਕੇ ਅੱਜ ਲੋਕ ਜੁੱਤੀਆਂ ਮਾਰਨ ਤੱਕ ਜਾਂਦੇ ਨੇ, ਲੋਕ ਡੰਡਿਆਂ ਨਾਲ ਘੇਰਦੇ ਨੇ, ਲੋਕ ਕਾਰਾਂ ਭੰਨਦੇ ਨੇ। ਇਸ ਜਦੋਂ ਸਿਆਸਤਦਾਨਾਂ ਦੇ ਕਿਰਦਾਰ 'ਚ ਨਿਘਾਰ ਆ ਗਿਆ ਤਾਂ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦੇਣੇ ਪੈਣਗੇ, ਫਿਰ ਡੰਡੇ ਵੀ ਖਾਣੇ ਪੈਣਗੇ। ਇਸ ਲਈ ਇਹ ਜਿਹੜੇ ਮੌਜੂਦਾ ਵਰਤਾਰੇ ਦੇ ਵਿੱਚੋਂ ਲੋਕ ਤੇ ਸਿਆਸਤਦਾਨ ਲੰਘ ਰਹੇ ਹੈ, ਉਹ ਉਸੇ ਕਾਸੇ ਦਾ ਸਿੱਟਾ ਸਾਡਾ। ਜੀ ਦਵਿੰਦਰ ਜੀ, ਇਸ ਦਾ ਪਿੱਛੇ ਇੱਕ ਕਾਰਨ ਇਹ ਨਹੀਂ ਲੱਗਦਾ ਤੁਹਾਨੂੰ ਵੀ ਕਿ ਪੁਰਾਣੇ ਸਮੇਂ ਜਿਹੜੇ ਸਿਆਸਤਦਾਨ ਸੀ ਉਹ ਲੋਕਾਂ ਵਿੱਚੋਂ ਨਿਕਲ ਕੇ ਆਉਂਦੇ ਸੀ, ਉਹ ਜ਼ਮੀਨੀ ਪੱਧਰ ਦੇ ਜਿਹੜੇ ਲੀਡਰ ਹੁੰਦੇ ਸੀਗੇ, ਪਰ ਅੱਜ ਕੱਲ੍ਹ ਦੇ ਜਿਹੜੇ ਵੀ ਸਿਆਸਤਦਾਨ ਨੇ ਉਹ ਪੁਰਾਣੇ ਸਿਆਸਤਦਾਨਾਂ ਦੇ ਅੱਗੇ ਬੱਚੇ ਜਿਹੜੇ ਹੈਗੇ ਰਾਜਨੀਤੀ 'ਚ ਆ ਰਹੇ ਨੇ ਤੇ ਉਹ ਸੱਤਾ ਜਿਹੜੀ ਹੈਗੀਆਂ ਉਸ 'ਤੇ ਕਾਬਜ਼ ਹੋਏ ਹੋਏ ਨੇ। ਤੁਹਾਨੂੰ ਨਹੀਂ ਲੱਗਦਾ ਵੀ ਕਿ ਜੋ ਵੀ ਹੁਣ ਹਾਲਾਤ ਬਣ ਰਹੇ ਨੇ ਇਹਨਾਂ ਵਿੱਚ ਇਹ ਵੀ ਇੱਕ ਵੱਡਾ ਕਾਰਨ ਹੈ? ਦੇਖੋ, ਆਪਾਂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜੀ ਜਿਹੜੇ ਮਰਜ਼ੀ ਸੂਬੇ ਦੀ ਗੱਲ ਕਰ ਲਈਏ, ਰਾਜਨੀਤੀ ਦੇ ਵਿੱਚ ਪਰਿਵਾਰਵਾਦ ਇੰਨਾ ਜ਼ਿਆਦਾ ਭਾਰੂ ਹੋ ਗਿਆ ਵੀ ਹੁਣ ਜਿਵੇਂ ਅਸੀਂ ਇਕੱਲੇ ਪੰਜਾਬ ਦੀ ਗੱਲ ਕਰ ਲਈਏ, ਜੀ 117 ਹਲਕੇ ਨਹੀਂ, 117 ਰਿਆਸਤਾਂ ਬਣ ਗਈਆਂ। ਜਿਹੜਾ ਵੀ ਪਰਿਵਾਰ ਦਾ ਕੋਈ MLA ਉੱਥੋਂ ਇੱਕ ਵਾਰੀ ਚੁਣ ਲਿਆ, ਉਦੋਂ ਬਾਅਦ ਉਸ ਪਰਿਵਾਰ ਦੇ ਅੱਗੇ ਬੱਚੇ ਕਲੇਮ ਕਰਨ ਲੱਗ ਜਾਂਦੇ ਇਹ ਸਾਡਾ ਹਲਕਾ ਹੈ, ਜੀ ਇਸ ਹਲਕੇ 'ਚ ਦਖਲ ਨਹੀਂ ਦਿੰਦੇ। ਜਿਵੇਂ ਰਾਜਿਆਂ ਦੀਆਂ ਰਿਆਸਤਾਂ ਹੁੰਦੀਆਂ ਸੀ ਨਾ, ਉਹੀ ਹੋ ਗਿਆ। ਹੁਣ ਜਿਹੜੇ ਵਰਕਰ ਹੈ, ਵਰਕਰ ਤਾਂ ਰਹਿ ਗਏ ਦਰੀਆਂ ਵਿਛਾਉਣ ਜੋਗੇ ਜੀ ਜਾਂ ਰੈਲੀਆਂ 'ਤੇ ਇਕੱਠ ਕਰਨ ਜੋਗੇ। ਇਸ ਲਈ ਵਰਕਰਾਂ ਦੀ ਪੁੱਛਗਿੱਛ ਨਹੀਂ ਰਹੀ ਹੁਣ। ਇਸੇ ਕਰਕੇ ਜਿਹੜਾ ਕਾਕਿਆਂ ਵਾਲਾ ਕਲਚਰ ਹੈ, ਹੁਣ ਪਹਿਲਾਂ MLA ਹੋਸਟਲ ਹੁੰਦਾ, ਹੋਰ ਜਾਂ ਸਰਕਾਰੀ ਥਾਵਾਂ 'ਤੇ ਲੋਕ ਰਹਿੰਦੇ, ਹੁਣ 5 ਸਟਾਰ ਹੋਟਲਾਂ 'ਚ ਰਹਿੰਦੇ ਆ। ਜੀ 5 ਤਾਰਾ ਹੋਟਲਾਂ ਦਾ ਕਲਚਰ ਆ ਗਿਆ। ਕਰੋੜ ਕਰੋੜ, 1.5 2 ਕਰੋੜ ਦੀਆਂ ਕਾਰਾਂ 'ਚ ਰਹਿੰਦੇ ਆ। ਜੀ ਇਸ ਲਈ ਜਿਹੜਾ ਸੱਭਿਆਚਾਰ ਜਿਹੜਾ ਸਾਰਾ ਬਦਲ ਗਿਆ, ਇੱਕ ਬਦਲੇ ਹੋਏ ਕਿਰਦਾਰ ਦੀਆਂ ਨਿਸ਼ਾਨੀਆਂ ਨੇ। ਇਸੇ ਕਰਕੇ ਰਾਜਨੀਤਿਕ ਪਾਰਟੀਆਂ ਸਿਰਫ ਪੈਸੇ ਖਰਚਣ ਵਾਲਿਆਂ ਨੂੰ ਟਿਕਟਾਂ ਦਿੰਦੀਆਂ ਨੇ, ਚਾਹੇ ਉਹ ਪਰਿਵਾਰ 'ਚੋਂ ਆਇਆ ਹੋਵੇ, ਚਾਹੇ ਉਹ ਵੈਸੇ, ਚਾਹੇ ਉਹ ਠੱਗੀ ਠੋਰੀ ਮਾਰ ਕੇ ਪੈਸੇ ਇਕੱਠੇ ਕੀਤੇ ਹੈ, ਚਾਹੇ ਕਿਸੇ ਅਨੈਤਿਕ ਤਰੀਕੇ ਨਾਲ ਜਿਵੇਂ ਵੀ ਪੈਸੇ ਇਕੱਠੇ ਕੀਤੇ ਹੈ। ਪੈਸੇ ਵਾਲਿਆਂ ਦਾ ਬੋਲਬਾਲਾ ਰਹਿ ਗਿਆ ਜਾਂ ਕਾਕਿਆਂ ਦਾ ਬੋਲਬਾਲਾ ਰਹਿ ਗਿਆ, ਜਿਨ੍ਹਾਂ ਉਹਨਾਂ ਪਰਿਵਾਰਾਂ ਦੇ ਵਿੱਚੋਂ ਜਿਹੜੇ ਆ ਉਹ ਨਿਕਲ ਕੇ ਆਉਂਦੇ ਨੇ। ਜੀ ਦਵਿੰਦਰ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ, ਜਿਸ ਨੂੰ 10 ਮਹੀਨੇ ਤੋਂ ਵੱਧ ਦਾ ਸਮਾਂ ਜਿਹੜਾ ਦਿੱਲੀ ਦੀ ਬਰੂਹਾਂ 'ਤੇ ਬੀਤ ਚੁੱਕਿਆ, ਉਸਨੇ ਲੋਕਾਂ ਨੂੰ ਜਿਹੜਾ ਹੈਗਾ ਰਾਜਸੀ ਆਗੂਆਂ ਤੋਂ ਸਵਾਲ ਪੁੱਛਣ ਲਾਤਾ ਤੇ ਲੋਕ ਅੱਜ ਆਪਣੇ ਹੱਕਾਂ ਲਈ ਜਾਂ ਆਪਣੀ ਜੋ ਵੀ ਮੰਗਾਂ ਨੇ ਉਹਨਾਂ ਲਈ ਜਾਗਰੂਕ ਹੋ ਚੁੱਕੇ ਨੇ। ਤੁਹਾਨੂੰ ਲੱਗਦਾ ਹੈ ਵੀ ਕਿ ਆਉਣ ਵਾਲੀਆਂ ਜਿਹੜੀਆਂ ਚੋਣਾਂ ਹੈਗੀਆਂ ਪੰਜਾਬ ਦੀਆਂ, ਉਸ ਵਿੱਚ ਕੁਝ ਬਦਲਾਅ ਦੇਖਣ ਨੂੰ ਮਿਲੇਗਾ? ਦੇਖੋ, ਬਦਲਾਅ ਤਾਂ ਸਮਾਜ ਵਿੱਚ ਆਇਆ ਦਿਖਾਈ ਦੇ ਰਿਹਾ ਹੈ। ਉਹਦਾ ਕਾਰਨ ਇਹ ਹੈ ਵੀ ਕਿਸਾਨੀ ਅੰਦੋਲਨ ਮਹਿਜ ਕਿਸਾਨੀ ਅੰਦੋਲਨ ਨਹੀਂ ਰਿਹਾ, ਇਹਨੇ ਸਾਰੇ ਸਮਾਜ ਨੂੰ ਇੱਕ ਚੇਤਨਤਾ ਦੀ ਝਿਣਕ ਲਾਈ ਹੈ। ਸਾਰੇ ਸਮਾਜ ਦੇ ਸਾਰੇ ਵਰਗਾਂ ਨੂੰ ਅਸੀਂ ਦੇਖਿਆ ਜਾਵੇ ਤਾਂ ਚੇਤਨ ਕੀਤਾ ਹੈ ਭਾਰਤ ਸਰਕਾਰ ਦੇ ਖਿਲਾਫ। ਲਖੀਮਪੁਰ ਖੀਰੀ ਦੀ ਘਟਨਾ ਇੱਕ ਛੋਟੀ ਘਟਨਾ ਨਹੀਂ। ਇਹ ਜਦੋਂ ਸਮਾਜ ਜਾਗ ਰਿਹਾ ਹੈ, ਸਮਾਜ ਦੇ ਵਿੱਚ ਚੇਤਨਤਾ ਵੱਧ ਰਹੀ ਹੈ, ਤਾਂ ਇਹ ਲੱਗਦਾ ਹੈ ਵੀ ਦਿੱਲੀ ਦਾ ਤਖਤ ਹਾਕਮਾਂ ਨੂੰ ਡੋਲਿਆ ਦਿਸਿਆ, ਤਾਂ ਹੀ ਇਹ ਘਟਨਾਵਾਂ ਵਾਪਰ ਰਹੀਆਂ, ਤਾਂ ਜੋ ਅੰਦੋਲਨ ਨੂੰ ਜਿਹੜਾ ਹੈ ਉਹ ਡਾਮਾਡੋਲ ਕੀਤਾ ਜਾ ਸਕੇ। ਜੀ ਪਰ ਮੈਨੂੰ ਨਹੀਂ ਲੱਗਦਾ ਇਹੋ ਜਿਹੀਆਂ ਘਟਨਾਵਾਂ ਡਾਮਾਡੋਲ ਕਰਨਗੀਆਂ, ਬਲਕਿ ਇਹੋ ਜਿਹੀਆਂ ਘਟਨਾਵਾਂ ਇਸ ਅੰਦੋਲਨ ਨੂੰ ਮਜ਼ਬੂਤ ਕਰਨਗੀਆਂ। ਹੁਣ ਤੱਕ 700 ਵੱਧ ਕਿਸਾਨਾਂ ਦਾ ਜਿਹੜਾ ਬਲੀਦਾਨ ਇਸ ਅੰਦੋਲਨ ਨੂੰ ਦਿੱਤਾ ਗਿਆ ਹੈ, ਲੱਗਦਾ ਵੀ ਇਸ ਅੰਦੋਲਨ ਨੂੰ ਉਹ ਬਲੀਦਾਨ ਕਿਸਾਨਾਂ ਦਾ ਹੋਰ ਮਜ਼ਬੂਤ ਕਰੇਗਾ ਤੇ ਸਮਾਜ ਦੇ ਸਾਰੇ ਵਰਗ, ਜਿਵੇਂ ਭਾਰਤ ਸਰਕਾਰ ਸਾਰੇ ਅਦਾਰਿਆਂ ਨੂੰ ਵੇਚਣ 'ਤੇ ਲੱਗੀ ਪਈ ਹੈ, ਚਾਹੇ ਉਹ ਰੇਲਵੇ ਸਟੇਸ਼ਨ ਹੋਣ, ਚਾਹੇ ਰੇਲਵੇ ਹੋਵੇ, ਚਾਹੇ ਹਵਾਈ ਅੱਡੇ ਹੋਣ, ਚਾਹੇ ਨਿੱਜੀ ਖੇਤਰ ਦੇ ਜਿੰਨੇ ਵੀ ਜਿਹੜੇ ਹੈ ਜਨਤਕ ਖੇਤਰ ਦੇ ਅਦਾਰੇ ਹੋਣ, ਉਹਨਾਂ ਨੂੰ ਵੇਚਣ 'ਤੇ ਲੱਗੀ ਹੋਈ ਹੈ। ਇਸ ਲਈ ਲੱਗਦਾ ਵੀ ਜਿਹੜਾ ਲੋਕ ਜਾਗ ਰਹੇ ਨੇਗੇ, ਅਤੇ ਹੁਣ ਉਹ ਗੱਲ ਜਿਹੜੀ 2019 ਤੇ 14 ਵਾਲੀ ਪਹਿਲਾਂ ਵਾਲੀ ਗੱਲ ਦਿਖਾਈ ਨਹੀਂ ਦੇ ਰਹੀ। ਜੀ ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕਿਸਾਨ ਅੰਦੋਲਨ ਨੇ ਸਿਰਫ ਕਿਸਾਨੀ ਹੀ ਨਹੀਂ, ਲੋਕਾਂ ਨੂੰ ਆਪਣੇ ਹੱਕਾਂ ਲਈ ਲੜਨਾ, ਆਵਾਜ਼ ਚੁੱਕਣਾ ਸਿਖਾ ਦਿੱਤਾ ਹੈ ਤੇ ਜਿਸ ਦਾ ਨਤੀਜਾ ਇਸ ਵਾਰ ਚੋਣਾਂ 'ਚ ਵੀ ਦੇਖਣ ਨੂੰ ਮਿਲੇਗਾ। ਲੋਕਾਂ ਨੇ ਹੁਣੀ ਤੋਂ ਰਾਜਸੀ ਆਗੂਆਂ ਨੂੰ ਜਿਹੜਾ ਘੇਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਨੇ ਵੀ ਕਿ ਤੁਸੀਂ ਹੁਣ ਤੱਕ ਸਾਡੇ ਲਈ ਕੀ ਕੀਤਾ ਜਾਂ ਭਵਿੱਖ 'ਚ ਕੀ ਤੁਹਾਡੇ ਕੋਲ ਰਣਨੀਤੀ ਹੈ, ਤੁਸੀਂ ਜੋ ਸਮਾਜ ਭਲਾਈ ਦੇ ਕੰਮ ਕਰ ਸਕੋਗੇ। ਹੋਵੇਗਾ ਕਿ ਇਹ ਤਾਂ ਆਗਾਮੀ ਚੋਣਾਂ ਹੀ ਦੱਸਣਗੀਆਂ। ਤੁਹਾਡੇ ਤੱਕ ਚੋਣਾਂ ਦੀ ਹਰ ਅਪਡੇਟ ਲੈ ਕੇ ਆਉਂਦੇ ਰਵਾਂਗੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।